कहो मिले कित गली मेरु सुंदर कहो मिले कित गली मेरु सुंदर कहो मिले कित गली 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 मेरु सुंदर कहो मिले कित गली मेरु सुंदर कहो मिले कित गली 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 मेरु सुंदर कहो मिले कित गली मेरु सुंदर कहो मिले कित गली हर के संत बताओ मार्ग हर के संत बताओ मार्ग हम पीछे लाग चली हम पीछे लाग चली चली मेरु सुंदर कहो मिले कित गली मेरु सुंदर कहो मिले कित गली 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 मेरु सुंदर कहो मिले कित गली मेरु सुंदर कहो मिले कित गली वाहिगुरू प्रिय के बचन सुखाने हियर सतगुर बचन तुम्हारी निर्गुण निस्तारी सतगुर बचन तुम्हारे निर्गुण निस्तारी निस्तारी प्रिय के बचन सुखाने हियरे एह चाल बनी है भली एह चाल बनी है भली मेरु सुंदर
मिले कित गली मेरो सुंदर कहो मिले कित गली मेरो सुंदर कहो मिले कित गली लटोरी मधुरी ठाकुर पाई लटोरी मधुरी ठाकुर पाई बहुत सुंदर हर दुल मिली मिली मेरो सुंदर कहो मिले मेरो सुंदर कहो मिले कित गली कहो मिले कित गली कहो मिले कित गली मिले कित गली कहो मिले कित गली मेरो सुंदर कहो मिले कित गली मेरो सुंदर कहो मिले कित गली एको प्रिय सुखिया सब प्रिय की एक पिता एक सती हम बार तो मेरा बुरहाई एको प्रिय सब प्रिय की जो पावे फिर सापनी एक पिता एक सके हम बारिक तू मेरा बुरहाई तू मेरा बुरहाई अवल अल्लाह नूर घुमाया
गरीब क्या करे बेचारा। नानक गरीब क्या करे बेचारा। नानक गरीब गरीब गरीब। नानक गरीब क्या करे बेचारा। हर पावे कितरा चली चली मेरो सुंदर। कहो मिले कित गली मेरो सुंदर। कहो मिले कित गली। कहो मिले कित गली। कहो मिले कित गली। कहो मिले कित गली। कहो मिले कित गली मेरो सुंदर। कहो मिले कित गली मेरो सुंदर। कहो मिले कित गली। कोई आन मिलावे मेरा प्रीतम प्यारा। हाथ पे आप बिछाई। कोई आन मिलावे मेरा प्रीतम प्यारा। हाथ पे आप बिछाई। दर्शन हर तीर्थन के ताई। हर के संत बताओ मार्ग। हम पीछे लाग चली। हम पीछे लाग चली। मेरा मन लोचे गुरदर्शन कारी। बिलप करे चातक की न्यायी। के संत बताओ मार्ग। हम पीछे लाग चली मेरो सुंदर। कहो मिले कित गली। कहो मिले कित गली। कहो मिले कित गली। कहो मिले कित गली। कहो मिले कित गली मेरो सुंदर। कहो मिले कित गली मेरो सुंदर। कहो मिले कित गली मेरो सुंदर 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 मेरो सुंदर। कहो मिले कित गली। कहो मिले कहो मिले कित गली। गली हर के संत बताओ मार्ग। हम पीछे लाग चली। सतनाम श्री वाहिगुरु साहिब जी। एक ओंकार सतनाम करता पुरख निर्भव निर्वैर
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਨਾ ਹੋ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ। ਪਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀਂ ਵਿਸਰਿਆ। ਹਮ ਅਵਗਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਦੁਖ ਖਾਈ। ਮਾਇਆ ਮੋਹ ਭਰਮ ਕੈ ਭੂਲੇ। ਸੁਖ ਦਾ ਰਸਿਉ ਪ੍ਰੀਤ ਲਗਾਇ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਨਲੰਕ ਜਮ ਤਰਾਸ ਮਿਟਾਇ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਇ। ਸੋ ਕਹੋ ਕਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸੁਨ ਪ੍ਰੇਮ ਕੋ ਮਾਹੜਾ। ਕਿਉ ਮਿਲੀਐ ਹਰਿ ਜਾਇ। ਮਨ ਤਨ ਪਿਆਸ ਦਰਸ਼ਨ ਘਣੀ। ਕੋਈ ਆਣ ਮਲਾਵੈ ਮਾਇ। ਅਸੁਨ ਪ੍ਰੇਮ ਕੋ ਮਾਹੜਾ। ਕਿਉ ਮਿਲੀਐ ਹਰਿ ਜਾਇ। ਮਨ ਤਨ ਪਿਆਸ ਦਰਸ਼ਨ ਘਣੀ। ਕੋਈ ਆਣ ਮਿਲਾਵੈ ਨਾਇ। ਸੰਤ ਸਹਾਈ ਪ੍ਰੇਮ ਕੇ। ਹਉ ਤਿਨ ਕੇ ਲਾਗਾਂ ਪਾਏ। ਵਿਣ ਤਬ ਕਿਉ ਸੁਖ ਪਾਈਐ। ਦੂਜੀ ਨਾਹੀ ਜਾਇ। ਜਿਨੀ ਚਾਖਿਆ ਪ੍ਰੇਮ ਰਸ। ਸੇ ਤ੍ਰਿਪਤ ਰਹੈ ਆਕਾਇ। ਆਪ ਤਿਆਗ ਬਿਨਤੀ ਕਰਹਿ। ਲਿਹੋ ਪ੍ਰਭੂ ਲੜ ਲਾਇ। ਜੋ ਹਰ ਪੰਥ ਮਿਲਾਈਆ। ਸੇ ਵਿਛੜ ਕਹੇ ਨਾ ਜਾਇ। ਪ੍ਰਭ ਬਿਨ ਦੂਜਾ ਕੋ ਨਹੀਂ। ਨਾਨਕ ਹਰਿ ਸ਼ਰਨਾਇ। ਅਸੂ ਸੁਖੀ ਵਸੰਦੀਆਂ। ਜਿਨਾ ਮਾਇਆ ਹਰਿ ਰਾਏ। ਅਸੂ ਸੁਖੀ ਵਸੰਦੀਆਂ। ਜਿਨਾ ਮਾਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ। ਹਫ਼ਤਾਵਾਰੀ ਦੀਵਾਨ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕੀਤਾ ਹੈ। ਆਓ ਗੁਰਮੁਖੋ ਇਸ ਅਸਥਾਨ 'ਤੇ ਜੋ ਲੜੀਵਾਰ ਹਰ ਐਤਵਾਰ ਨੂੰ ਭਾਰੀ ਦੀਵਾਨ ਸਭਾ ਨੇ ਕੀਰਤਨ ਦੇ ਨਾਲ ਕਥਾ ਵਿਚਾਰਾਂ ਦਾ ਸਮਾਂ ਵੀ ਆਪ ਸੰਗਤਾਂ ਵੱਲੋਂ ਬਖਸ਼ਿਸ਼ ਕੀਤਾ ਹੁੰਦਾ ਹੈ। ਆਓ ਅੱਜ ਅੱਸੂ ਦਾ ਮਹੀਨਾ ਭਾਵੇਂ 16 ਤਰੀਕ ਨੂੰ ਆਰੰਭ ਹੋਇਆ ਸੀ ਬੁੱਧਵਾਰ, ਪਰ ਤੁਸੀਂ ਐਤਵਾਰ ਵਾਲੇ ਦਿਨ ਵੱਡੀ ਤਾਦਾਦ ਵਿੱਚ ਪਹੁੰਚ ਜੋ ਸਮਾਂ ਮਿਲਦਾ ਹੈ ਗੁਰੂ ਦੇ ਬਚਨ ਸਰਵਣ ਕਰਨ ਦਾ। ਮੇਰੇ ਗੁਰਮੁਖ ਪਿਆਰੇ ਵੀਰ ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ। ਉਹਨਾਂ ਨੇ ਅਖੀਰ ਵਿੱਚ ਇਸ ਮਹੀਨੇ ਦਾ ਸ਼ਬਦ ਆਪ ਜੀਆਂ ਨੂੰ ਸਰਵਣ ਕਰਵਾਏ। ਆਪਾਂ ਦੀਆਂ ਵਿਚਾਰਾਂ ਨਾਲ ਜੁੜਨਾ। ਮਹਾਰਾਜ ਜੀ ਨੇ ਅੱਸੂ ਦੇ ਮਹੀਨੇ ਵਿੱਚ ਕੀ ਬਖਸ਼ਿਸ਼ ਰਹਿਮਤ ਕੀਤੀ। ਆਓ ਵਿਚਾਰ ਦੀ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਮਾਂ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਜਾਬ ਦੀ ਧਰਤੀ ਜਦੋਂ ਭਾਦਰੋਂ ਦੇ ਮਹੀਨੇ ਨੂੰ ਆਪਾਂ ਵੇਖਦੇ ਹਾਂ ਕਿ ਬਹੁਤ ਹੁਮਸ ਵਾਲਾ ਮਹੀਨਾ, ਬਹੁਤ ਗਰਮੀ ਵਾਲਾ, ਜਿਹੜਾ ਬੰਦੇ ਨੂੰ ਬਹੁਤ ਪਰੇਸ਼ਾਨ ਕਰਦਾ। ਅੱਤ ਦੀ ਠੰਡ ਵੀ ਪਰੇਸ਼ਾਨ ਕਰਦੀ, ਅੱਤ ਦੀ ਗਰਮੀ ਤਪਸ ਹੁਮ ਵੀ ਬੰਦੇ ਨੂੰ ਪਰੇਸ਼ਾਨ ਕਰਦੀ। ਪਰ ਜਿਸ ਵੇਲੇ ਭਾਦੋਂ ਦੇ ਮਹੀਨੇ ਦੀ ਸਮਾਪਤੀ ਹੁੰਦੀ ਨਾ ਤੇ ਅੱਸੂ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਤੇ ਪੰਜਾਬ ਦੀ ਧਰਤੀ ਤੇ ਇਸ ਅੱਸੂ ਦੇ ਮਹੀਨੇ ਨੂੰ ਰੁੱਤ ਨੂੰ ਬੜਾ ਸੁਹਾਣਾ ਮੰਨਿਆ।
क्योंकि गर्मी की जिहड़ी तपश है वो खत्म हो जाती ते सर्दियों की शुरुआत हो जाती। इस ठंडी मिठी रुत दे विच तन नूं बड़ा सुकून मिलदा। गर्मी तो खैड़ा छुटदा ते सर्दी की शुरुआत ये बड़ी मिठी रुत मन्नी गई पंजाब की धरती, तन नूं सुकून देता। मेरे धन गुरु अर्जन देव महाराज जी कहण लगे सजना वेख भादों का महीना खत्म होया, गर्मी तो तेनू तन नूं सुकून मिल गया, ठंडी मिठी रुत की शुरुआत हो गई, पर कदी झाती मार मन ते तेरा अस्सू दे कट्टे दे मगर दे पोह दे महीने विच भी तप रहा। अंदर वकारां दी हुम्मस ते तेरी खैड़ा ही नहीं छड्ड। किते रब मेहर करे तन नूं सुकून मिल गया अस्सू दे महीने की ठंडी रुत दे विच, तेरे मन नूं भी किते सुकून मिल गया, तेरे मन के अंदर भी भड़ास खत्म हो जाए, ये अंदरों जिहड़ी वकारां दी अग वो खत्म हो जाए, वकारां दी हुम्मस तो तेरा खैड़ा छुट जाए। जिथे तन करके सुखी होया है उथे मन करके भी तेरे तन में सुख मिले। ते पुछा हे धन गुरु अर्जन देव महाराज फिर मन नूं सुकून किवें? तन नूं ते सुकून मिल गया, मन नूं शांति किवें मिले? तो मेरे धन गुरु अर्जन देव महाराज जी ने अस्सू के महीने में जिक्र किया, कहन लगे सजना जे किते तेरे अंदर परमात्मा का प्रेम पैदा हो, तेरे मन दे विच ये विचार पैदा हो जाए कि मैं रब जी के दर्शन करने, परमात्मा नूं प्रेम करना, रब का प्रेम जिहड़ा है वाहिगुरू दे दर्शन जिहड़े ने वो तेरे मन तन नूं नहीं तेरे मन नूं भी आनंद बख्शणगे, तेरे मन नूं भी खेड़ा बख्शणगे, तेरे मन दे विच भी सुख पैदा होएगा। वो बचन मेरे सतगुरां ने एक इस महीने की आरंभता विच कहने असुन प्रेम ओ माहड़ा। असुन के अर्थ ने अस्सू का महीना, आपां पिंडां विच अस्सू कहने, पर महाराज जी ने अस्सू नूं लिखे। महाराज कह लगे अस्सू नूं प्रेम ओ माहड़ा। अस्सू के महीने की शुरुआत हुई ते मेरे मन दे विच प्रेम का उछाड़ा पैदा हो गया, भाव प्रेम का चाव पैदा हो गया। पर किहदे नाल प्रेम का चाव पैदा होया? धन गुरु अर्जन देव महाराज जी कहने हरि परमात्मा के चरणों के, किते रब नाल प्रेम बन गए, किते रब जी के दर्शन हो जाए। अस्सू नूं प्रेम ओ माहड़ा क्यों मिल गए हर जाए? अगला सवाल पैदा होया। गुरु अर्जन देव महाराज जी कह लगे चाह ते पैदा हो गया है फिर रब जी नाल प्रेम बन जाए, वाहिगुरू नाल प्रेम बन जाए, पर उस परमात्मा नूं मिलिया किवें जाए? सवाल पैदा क्यों मिल गए, क्यों दे अर्थ ने किवें मिलिया जाए उस परमात्मा नूं, किवें उहदे नाल प्रेम बने? अगे सतगुरां ने जिक्र किया मन तन प्यास दर्शन करनी। मेरे मन दे विच मेरे तन दे विच रब जी दे दर्शनां दी बड़ी प्यास पैदा हो गई। घणी दे अर्थ ने बहुत ज़्यादा प्यास पैदा हो गई। कोई आण मिलावे माए, हे मेरी माँ तू रब दा प्यारा मिले जिहड़ा आप परमात्मा दे दर्शन कर चुका है, जिहड़ा आप परमात्मा दे विच अभेद हो गया है, कि रब दा प्यारा मिले तो मैनू भी परमात्मा दे दर्शन करवा दे, ਉਹਦੇ चरणों नाल जोड़दा है, क्योंकि ਉਹਦੇ प्रेम की प्यास पैदा हो गई। हुण गुरमुखो सब तो पहला असीं ये वेखना कि साडे अंदर रब दे प्रेम की प्यास पैदा हुई है कि नहीं, रब दे दर्शनां दा किते फुरना पैदा होया है कि नहीं, रब नूं मिलाप दा किते अंदर चाह पैदा होया कि नहीं। हालांकि साडे मन दे विच भी प्यासां पैदा होंदियां, साडे मन की भी प्यास, साडे मन विच किहड़ी प्यास होई कि मेरे पुत्र की शादी नूं हाले 3 साल हो गए ने, घर दे विच पोतरा मिल जाए प्यास पैदा होगी, किते रब मेहर करे पुत्र जवान ने इहदी शादी करनी है, किते सोहना घर मिल जाए, सोहनी कन्या, ये साडे अंदर प्यार, साडे अंदर प्यास पैदा होगी। लोगों के एडे वड्डे बिजनेस ने, मेरा भी बिजनेस कर पे, चंगी गल है, चलो असीं गुरु कोलों दातां मंगणियां, गुरु नूं छड्ड के होर किते थोड़ा जहां गुरु कोलों मंगना, सब दातां गुरु कोलों मंगणियां। पर धन गुरु अर्जन देव महाराज कह लगे सजना जदों 20 साल का सा उदों भी मंग दुनिया के पदार्थां, 50 साल का हो गया अज भी मंगा दुनिया दियां पदार्थां दी। हैरानगी की गल 70 साल की उम्र हो गई है, हले भी दुनिया के पदार्थों दी मंगा, किते हुण ते समा कढ के गुरु कोलों ये भी आण के मंग लिया कर भी रब जी तुहाडे दर्शन हो जाण, हे सतगुरु जी नाम की दात हिरदे विच वस जाए, किते आ प्यास पैदा हो गई। ये किसी किसी के अंदर पैदा होती, सारियां दे अंदर नहीं। ये प्यास पैदा हुई सी भगत रविदास जी के अंदर।
ਉਹਨਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋਈ ਤੇ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਹਿ ਦਿੱਤੇ ਸੀ। ਅਰਦਾਸ ਕੀਤੀ ਸੀ ਨਾ ਵਾਹਿਗੁਰੂ ਦੇ ਚਰਨਾਂ 'ਚ, ਤਰਲਾ ਹੀ ਲਿਆ ਸੀ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਖ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਹ ਪਿਆਸ ਪੈਦਾ ਹੋਈ ਸੀ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ, ਤੇ ਉਹਨਾਂ ਨੇ ਆਪਣੀ ਰਸਨਾ ਤੋਂ ਤਰਲਾ ਲਿਆ ਸੀ, ਹੇ ਪਰਿਪੂਰਨ ਪਰਮਾਤਮਾ, ਸੰਸਾਰ ਦੇ ਵਿੱਚ ਜਨਮ ਦੇ ਦਿੱਤਾ ਈ, ਆਪਣੇ ਦਰਸ਼ਨਾਂ ਦੀ ਦਾਤ ਵੀ ਦਿੱਤੀ। ਹਾਲਾਂਕਿ ਪਰਮਾਤਮਾ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੰਸਾਰ ਵਿੱਚ ਭੇਜਿਆ ਨਾ, ਉਹ ਰੱਬ ਦਾ ਰੂਪ ਬਣ ਕੇ ਆਏ ਨੇ। ਉਹ ਤੇ ਹਰ ਵਕਤ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਨੇ, ਰੱਬ ਦਾ ਰੂਪ ਹੈ, ਪਰ ਉਹ ਆਪਣੇ ਤੇ ਗੱਲ ਢੁਕਾ ਕੇ ਤੇ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਨੇ, ਬੰਦਿਆ ਦੁਨੀਆ ਦੀਆਂ ਮੰਗਾਂ ਰੋਜ਼ ਮੰਗਦਾ ਹੈ, ਕਿਤੇ ਆ ਵੀ ਮੰਗ ਲਿਆ ਕਰ ਰੱਬ ਜੀ, ਅੱਜ 60 ਵਾਰੀ ਉਮਰ ਹੋ ਗਈ, ਹੁਣ ਤੇ ਕਿਰਪਾ ਕਰ ਦਿਓ, ਕਿਤੇ ਤੁਹਾਡੇ ਦਰਸ਼ਨ ਹੋ ਜਾਣ, ਕਿਤੇ ਤੁਹਾਡੇ ਚਰਨਾਂ ਨਾਲ ਪ੍ਰੇਮ ਬਣ ਜਾਏ, ਸਾਡਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਏ। ਭਗਤ ਰਵਿਦਾਸ ਜੀ ਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋਈ, ਉਹਨਾਂ ਅਰਦਾਸ ਕੀਤੀ। ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਪਿਆਸ ਪੈਦਾ ਹੋਈ ਤੇ ਉਹਨਾਂ ਨੇ ਅਰਦਾਸ ਕੀਤੀ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਉਹ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭਿਖਿਆ ਪੈਦਾ ਪਿਆ, ਤੇਰੇ ਦਰ ਤੇ ਮੈਂ ਮੰਗਤਾ ਬਣ ਕੇ ਆਇਆ, ਜਿਵੇਂ ਮੰਗਤੇ ਦੀ ਝੋਲੀ ਵਿੱਚ ਸਵਾਣੀ ਕੁਝ ਪਾ ਦਿੰਦੀ ਏ, हे ਪਰਿਪੂਰਨ ਪਰਮਾਤਮਾ, ਮੈਂ ਮੰਗਤਾ ਬਣ ਕੇ ਆਇਆ ਤੇ ਮੇਰੀ ਝੋਲੀ ਦੇ ਵਿੱਚ ਆਪਣੇ ਦਰਸ਼ਨਾਂ ਦੀ ਖੈਰ ਪਾ। ਇਹ ਪਿਆਸ ਪੈਦਾ ਹੋਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਦਰ, ਤੇ ਉਹਨਾਂ ਨੇ ਆਪਣੀ ਰਸਨਾ ਤੋਂ ਤਰਲਾ ਲਿਆ ਸੀ, ਕੋਈ ਆਣ ਮਲਾਦਾ ਹੈ ਮੇਰਾ ਪ੍ਰੀਤਮ ਪਿਆਰਾ, ਹਉ ਕਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ। ਇਹ ਪਿਆਸ ਪੈਦਾ ਹੋਈ ਸੀ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ, ਰੱਬ ਜੀ ਆਪਣੇ ਦਰਸ਼ਨਾਂ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ, ਆਪਣੇ ਪ੍ਰੇਮ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਤੇ ਉਹਨਾਂ ਨੇ ਆਪਣੀ ਰਸਨਾ ਤੋਂ ਤਰਲਾ ਲਿਆ ਸੀ, ਕੋਈ ਚਨ ਹਰਸਿਓ ਦੇਵੈ ਜੋਰ, ਚਰਨ ਗਹੂੰ ਬਗੂ ਸ਼ੁਭ ਰਸਨਾ, ਦੀਜੈ ਪ੍ਰਾਣ ਅਤੋਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋਈ ਤੇ ਉਹਨਾਂ ਨੇ ਤਰਲਾ ਲਿਆ ਸੀ, ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ, ਮੈਂ ਲੱਖ ਵੜਤੇ ਸਾਹਿਬਾਂ, ਜੇ ਬਿੰਦ ਬੁਲਾਇਆ, ਮੈਂ ਚਾਰੇ ਕੁੰਡਾ ਭਾਲੀਆਂ, ਤੁਧ ਜੇਵੜ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ, ਕਿਉਂ ਪ੍ਰਭੂ ਮਲਾਈ। ਕੋਈ ਦੱਸੇ ਬੰਦਗੀ ਵਾਲਾ, ਕੋਈ ਰੱਬ ਦਾ ਪਿਆਰਾ ਕਿਵੇਂ ਪਰਮਾਤਮਾ ਨੂੰ ਮਿਲਿਆ ਜਾਏ, ਕਿਵੇਂ ਉਹਦੇ ਵਿੱਚ ਅਭੇਦ ਹੋਇਆ ਜਾਏ, ਕਿਵੇਂ ਉਹਦੇ ਦਰਸ਼ਨ ਹੋ ਜਾਣ। ਤੇ ਸੰਗਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੇ ਅੰਦਰ ਪਿਆਸ ਪੈਦਾ ਹੋਈ ਹੈ, ਤੁਸੀਂ ਤਰਲਾ ਲੈਂਦੇ ਪਏ ਜੇ, ਤੇ ਸਾਨੂੰ ਆਪ ਹੀ ਕੋਈ ਢੰਗ ਦੱਸੋ ਕਿਵੇਂ ਉਸ ਪਰਮਾਤਮਾ ਨਾਲ ਮਿਲਿਆ ਜਾਏ, ਕਿਵੇਂ ਉਹਦੇ ਦਰਸ਼ਨ ਹੋਣ। ਤੇ ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਨੇ, ਕਹਿਣ ਲੱਗੇ ਸਜਣਾ ਪਹਿਲੀ ਗੱਲ ਤੇ ਪਿਆਸ ਪੈਦਾ ਹੀ ਨਹੀਂ ਹੁੰਦੀ, ਕੋਈ ਵੱਡਿਆ ਭਾਗਾ ਵਾਲਾ ਜੇ ਜਿਹਦੇ ਅੰਦਰ ਰੱਬ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੁੰਦੀ। ਮੇਰੇ ਸਤਿਗੁਰਾਂ ਨੇ ਐਵੇਂ ਨਹੀਂ ਸੁਖਮਣੀ ਸਾਹਿਬ ਦੇ ਵਿੱਚ ਬਚਨ ਕਹੇ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗ। ਇਹ ਦੁਨੀਆ ਦੀਆਂ ਸਾਡੀਆਂ ਮੰਗਾਂ ਨੇ, ਕੋਈ ਚਾਰ ਪਦਾਰਥ ਮੰਗਦਾ ਹੈ ਤੇ ਮਹਾਰਾਜ ਕਹਿਣ ਲੱਗੇ ਸੰਗਤ ਦੀ ਸੇਵਾ ਕਰਿਆ ਕਰ। ਦੂਸਰਾ ਸਿੱਖ ਆਉਂਦਾ, ਮਹਾਰਾਜ ਦੁੱਖ ਬੜੇ ਨੇ ਕੱਟੇ ਜਾਣ, ਮਹਾਰਾਜ ਕਹਿਣ ਲੱਗੇ ਵਾਹਿਗੁਰੂ ਦਾ ਨਾਮ ਜਪਿਆ ਕਰ, ਦੁੱਖ ਕੱਟੇ ਜਾਣਗੇ। ਤੀਸਰਾ ਆਇਆ, ਮਹਾਰਾਜ ਚਾਰ ਬੰਦੇ ਸੋਭਾ ਕਰਨ ਤਾਂ ਜ਼ਿੰਦਗੀ ਜੀਣ ਦਾ ਸਵਾਦ, ਮਹਾਰਾਜ ਕਹਿਣ ਲੱਗੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਹਉਮੈ ਨੂੰ ਛੱਡਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ, ਸਾਰੇ ਸੰਸਾਰ ਵਿੱਚ ਸ਼ੋਭਾ ਹੋ ਜਾਏਗੀ। ਚੌਥਾ ਆਇਆ, ਮਹਾਰਾਜ ਜੰਮਣ ਮਰਨ ਦਾ ਗੇੜ ਬੜਾ ਲੰਬਾ ਜੀ, ਕਿਰਪਾ ਕਰਕੇ ਕੱਟ ਦਿਓ। ਤੇ ਮਹਾਰਾਜ ਕਹਿਣ ਲੱਗੇ ਸੰਗਤ ਵਿੱਚ ਬਹਿ ਕੇ ਬੰਦਗੀ ਕਰਿਆ ਕਰ, ਜੰਮਣ ਮਰਨ ਵੀ ਕੱਟਿਆ ਜਾਏਗਾ। ਪੰਜਵਾਂ ਸਿੱਖ ਆਇਆ, ਕਹਿਣ ਲੱਗਾ ਮਹਾਰਾਜ ਜੀ ਮੇਰੀ ਝੋਲੀ ਵਿੱਚ ਵੀ ਇੱਕ ਦਾਤ ਪਾ ਦਿਓ। ਮਹਾਰਾਜ ਕਹਿਣ ਲੱਗੇ ਮੰਗ ਲਾ। ਕੋਈ ਚਾਰ ਪਦਾਰਥ ਮੰਗਦਾ ਉਹਨੂੰ ਦੇ ਦਿੱਤੇ, ਕੋਈ ਦੁੱਖਾਂ ਤੋਂ ਖਹਿੜਾ ਛੁਟਾਉਂਦਾ ਉਹਨੂੰ ਦੱਸ ਦਿੱਤਾ ਹੈ, ਕੋਈ ਸੋਭਾ ਚਾਹੁੰਦਾ ਉਹਨੂੰ ਦੱਸ ਦਿੱਤਾ ਹੈ ਢੰਗ, ਕੋਈ ਜੰਮਣ ਮਰਨ ਦੇ ਗੇੜ ਤੋਂ ਦੁਖੀ ਉਹਨੂੰ ਦੱਸ ਦਿੱਤਾ, ਤੂੰ ਵੀ ਮੰਗ ਲਾ। ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਦੁਨੀਆ ਦੀ ਮੰਗ ਮੰਗਣ ਨਹੀਂ ਗਿਆ। ਪੁੱਛਿਆ ਫਿਰ ਕਿਹੜੀ ਦਾਤ ਲੈਣ ਆਇਆ? ਕਹਿਣ ਲੱਗੇ ਮੇਰੀ ਝੋਲੀ ਵਿੱਚ ਰੱਬ ਜੀ ਦੇ ਦਰਸ਼ਨ ਹੋ ਜਾਣ, ਇਹ ਦਾਤ ਪਾ ਦਿਓ। ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ
ਪਹਿਲਾਂ ਚਾਰਾਂ ਨੂੰ ਬੈਠਿਆਂ ਬੈਠਾ ਉਪਦੇਸ਼ ਦੇ ਦਿੱਤਾ। ਜਦੋਂ ਪੰਜਵਾਂ ਸਿੱਖ ਰੱਬ ਜੀ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਇਆ, ਮੇਰੇ ਸਤਿਗੁਰੂ ਆਪਣੇ ਸਿੰਘਾਸਨ ਤੇ ਉੱਠੇ, ਭੱਜ ਕੇ ਸਿੱਖ ਨੂੰ ਘੁੱਟ ਕੇ ਗਲੇ ਨਾਲ ਲਾ ਕੇ ਉਹਨੂੰ ਮੱਥਾ ਟੇਕਣ ਲੱਗ ਪਏ। ਕਹਿਣ ਲੱਗੇ, ਗੁਰਸਿੱਖਾ, ਤੇਰੇ ਤੋਂ ਕੁਰਬਾਨ, ਤੇਰੇ ਤੋਂ ਸਦਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਨੀਆ ਦੀਆਂ ਮੰਗਾਂ ਲੈ ਲੈ ਕੇ ਲੋਕ ਆਉਂਦੇ ਨੇ। ਅੱਜ ਪਹਿਲਾ ਸਿੱਖ ਜਿਹੜਾ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਏ। ਜਿਹਦੇ ਅੰਦਰ ਰੱਬ ਦੇ ਦਰਸ਼ਨਾਂ ਦੀ ਮੰਗ ਪੈਦਾ ਹੋ ਜਾਏ, ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਉਹਦੀਆਂ ਪਰਿਕਰਮਾ ਕਰਦੇ ਨੇ। ਸੁਖਮਣੀ ਸਾਹਿਬ ਦੇ ਵਿੱਚ ਬਚਨ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੇ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋੜੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸ਼ਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂਕੈ ਬਲ ਬਲ ਜਾਸਾ। ਗੁਰਮੁਖੋ, ਕੋਈ ਟਾਵਾਂ ਟਾਵਾਂ ਸੱਜਣ ਜੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਣ ਕੇ ਇਹ ਦਾਤ ਮੰਗਦਾ, ਸਤਿਗੁਰੂ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਦਾ, ਸਾਡਾ ਸੰਸਾਰ ਵਿੱਚ ਆਉਣਾ ਸਫਲਾ ਹੋ ਜੇ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹੇ ਨੇ, ਮਹੀਨੇ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ। ਅਸੂ ਨੂੰ ਪ੍ਰੇਮ ਓਮਾ ਹੜਾ, ਕਿਉਂ ਮਿਲੀਏ ਹਰ ਜਾਏ। ਅਸੂ ਦਾ ਮਹੀਨਾ ਆਰੰਭ ਹੋਇਆ, ਰੱਬ ਨੂੰ ਮਿਲਣ ਦਾ ਚਾਹ ਪੈਦਾ ਹੋਇਆ। ਕਿਵੇਂ ਮਿਲਿਆ ਜਾਏ? ਮਹਾਰਾਜ ਕਹਿਣ ਲੱਗੇ, ਮਨ ਤਨ ਪਿਆਸ ਦਰਸ਼ਨ ਘਰੀ, ਕੋਈ ਆਣ ਮਿਲਾਵੇ ਮਾਏ। ਹੇ ਮੇਰੀ ਮਾਂ, ਮੇਰੇ ਮਨ ਦੇ ਵਿੱਚ, ਮੇਰੇ ਤਨ ਵਿੱਚ ਰੱਬ ਜੀ ਦੇ ਦਰਸ਼ਨਾਂ ਦੀ ਪਿਆਸ ਬਹੁਤ ਪੈਦਾ ਹੋ ਗਈ ਹੈ। ਕੋਈ ਰੱਬ ਦਾ ਪਿਆਰਾ ਮਿਲੇ ਤੇ ਸਾਨੂੰ ਮਿਲਾ ਦੇ। ਪੁੱਛਿਆ, ਮਹਾਰਾਜ ਫਿਰ ਕੌਣ ਮਿਲਾਏਗਾ? ਹਜ਼ੂਰ ਕਹਿਣ ਲੱਗੇ, ਸੰਤ ਸਹਾਈ ਪ੍ਰੇਮ ਕਹਿ, ਹਾਂ ਤਿੰਨ ਕਹਿ ਲਾਗਾ ਪਾਏ। ਇਸ ਪੰਕਤੀ ਵੱਲ ਧਿਆਨ ਦਿਆ ਜੇ ਗੁਰਮੁਖੋ। ਬੰਦਗੀ ਕਰਨ ਵਾਲੇ ਗੁਰਮੁਖ ਰੂਹਾਂ, ਭਗਤ ਜਨ, ਮਹਾਂਪੁਰਖ, ਸੰਤ ਜਨ, ਉਹ ਰੱਬ ਨਾਲ ਇੱਕ ਮਿਕ ਹੋ ਚੁੱਕੇ ਨੇ, ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਚੁੱਕੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸਿਖਾ, ਜੇ ਤੂੰ ਇਹ ਰੱਬ ਦੇ ਵਿੱਚ ਇੱਕ ਮਿਕ ਹੋਣਾ ਹੀ ਤੇ ਕਿਤੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਿਆ ਕਰ। ਜਿਹੜਾ ਆਪ ਜੁੜਿਆ ਹੈ ਨਾ, ਉਹ ਤੈਨੂੰ ਜੋੜ ਸਕਦਾ। ਆਪ ਸੰਗਤਾਂ ਨੂੰ ਗਿਆਤ ਹੋਵੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਹੇ। ਇੱਕ ਸਿੱਖ ਡੱਲੇ ਪਿੰਡ ਦੇ ਰਹਿਣ ਵਾਲਾ, ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਗਿਆ ਇੱਕ ਸਵਾਲ ਲੈ ਕੇ। ਸੰਤ ਸਹਾਈ ਪ੍ਰੇਮ ਕੇ, ਬੰਦਗੀ ਕਰਨ ਵਾਲੇ ਆਪ ਜੁੜੇ ਨੇ ਗੁਰਮੁਖੋ, ਉਹ ਸਾਡੇ ਵਰਗੇ ਟੁੱਟਿਆਂ ਨੂੰ ਜੋੜ ਸਕਦੇ। ਜਿਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਗਿਆ, ਬੈਠਾ ਰਿਹਾ, ਸੰਗਤਾਂ ਦੇ ਵਿੱਚ ਬਹਿ ਗਿਆ, ਕੀਰਤਨ ਹੋਇਆ, ਸਮਾਪਤੀ ਹੋਈ, ਸਿੱਖ ਉੱਠ ਉੱਠ ਕੇ ਸਵਾਲ ਕਰਦੇ ਪਏ ਨੇ, ਮਹਾਰਾਜ ਜੀ ਕੋਲੋਂ ਬਖਸ਼ਿਸ਼ਾਂ ਲੈ ਰਹੇ ਨੇ। ਇਹ ਬੈਠਾ ਰਿਹਾ ਤੇ ਜਦੋਂ ਸਾਰਿਆਂ ਨੇ ਮੰਗ ਲਈ ਨਾ, ਤੇ ਮੇਰੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਆ ਸਜਣਾ, ਤੂੰ ਵੀ ਕੋਈ ਸਵਾਲ ਲੈ ਕੇ ਆਇਆ, ਦੱਸ ਕੀ ਸਵਾਲ ਲੈ ਕੇ ਆਇਆ? ਤੇ ਇਹਨੇ ਬੇਨਤੀ ਕੀਤੀ ਸੀ, ਕਹਿਣ ਲੱਗੇ, ਮਹਾਰਾਜ ਮੇਰੇ ਮਨ ਦਾ ਸਵਾਲ ਆ, ਇਹਦਾ ਜਵਾਬ ਦਿਓ। ਪੁੱਛਿਆ, ਜੀ ਕਿਹੜਾ? ਕਹਿਣ ਲੱਗੇ ਵੀ ਹੰਸ ਤੇ ਸੁਣਿਆ ਸੀ, ਹੰਸ ਇੱਕ ਪੰਛੀ ਦਾ ਨਾਮ, ਤੇ ਸਰਮੌਰ ਇਹ। ਕਹਿਣ ਲੱਗੇ ਵੀ ਹੰਸ ਦਾ ਨਾਮ ਸੁਣਿਆ, ਪਰ ਪਰਮਹੰਸ ਕੀ ਹੁੰਦਾ, ਉਹਦੇ ਬਾਰੇ ਸਾਨੂੰ ਦੱਸੋ। ਤੇ ਮੇਰੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਸਜਣਾ ਬਣਨਾ ਹੀ ਕਿ ਪੁੱਛਣ ਆਇਆ? ਦੇਖੋ ਕੈਸੇ ਕਮਾਲ ਦੇ ਬਈ। ਕਹਿਣ ਲੱਗੇ, ਪਰਮਹੰਸ ਬਣਨ ਆਇਆ ਹੈ ਕਿ ਪੁੱਛਣ ਆਇਆ? ਤੇ ਹੱਥ ਜੁੜ ਕੇ ਕਹਿਣ ਲੱਗਾ, ਮਹਾਰਾਜ ਜੀ ਹਲੇ ਤੇ ਪੁੱਛਣ ਹੀ ਆਇਆ ਹੈ, ਬਣ ਵੀ ਜਾਵਾਂਗੇ। ਤੇ ਮੇਰੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਬਚਨ ਕਿਹਾ ਸੀ, ਕਹਿਣ ਲੱਗੇ, ਹੰਸ ਉਹਨੂੰ ਕਹਿੰਦੇ ਨੇ ਜਿਹੜਾ ਤਰ ਕੇ ਸਮੁੰਦਰ ਪਾਰ ਹੋ ਜਾਂਦਾ, ਤੇ ਪਰਮਹੰਸ ਉਹਨੂੰ ਕਹਿੰਦੇ ਨੇ ਜਿਹੜਾ ਭਵਜਲ ਸੰਸਾਰ ਨੂੰ ਨਾਮ ਜਪ ਕੇ ਤੇ ਪਾਰ ਕਰ ਲੈਂਦਾ। ਤੇ ਉਹ ਸੱਜਣ ਕਹਿਣ ਲੱਗਾ, ਮਹਾਰਾਜ ਜੀ ਫਿਰ ਬਰਾਬਰ ਹੀ ਹੋ ਗਏ ਨਾ, ਉਹ ਸਮੁੰਦਰ ਪਾਰ ਕਰ ਜਾਂਦਾ, ਉਹ ਭਵਜਲ ਸੰਸਾਰ ਪਾਰ ਕਰ ਜਾਂਦਾ। ਦੂਸਰਾ ਬਚਨ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ, ਸਜਣਾ ਜਿਹੜਾ ਹੰਸ ਹੈ ਉਹਦੀ ਚੁੰਝ ਵਿੱਚ ਖਟਾਸ ਹੈ, ਜਦੋਂ ਦੁੱਧ ਵਿੱਚ ਆਪਣੀ ਚੁੰਝ ਪਾਉਂਦਾ ਹੈ ਨਾ, ਪਾਣੀ ਨੂੰ ਅਲੱਗ ਕਰ ਦਿੰਦਾ ਤੇ ਖੱਟੇ ਨੂੰ ਅਲੱਗ ਕਰ ਦਿੰਦਾ, ਭਾਵ ਉਹ ਖਾਣ ਵਾਲੇ ਪਦਾਰਥ ਨੂੰ ਅਲੱਗ ਕਰ ਦਿੰਦਾ, ਉਹ ਖਾ ਜਾਂਦਾ, ਪਾਣੀ ਨੂੰ ਵੱਖਰਾ ਕਰ ਦਿੰਦਾ। ਇਹ ਉਸ ਹੰਸ ਦੀ ਚੁੰਝ ਦੇ ਵਿੱਚ ਇੱਕ ਵਾਹਿਗੁਰੂ ਨੇ ਕੁਆਲਿਟੀ ਰੱਖ ਦਿੱਤੀ। ਤੇ ਮਹਾਰਾਜ ਜੀ ਨੇ ਫਿਰ ਬਚਨ ਕਹਿਣ ਲੱਗੇ, ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਕਰਦਾ ਹੈ। ਸਜਣਾ ਜਿਹੜਾ ਪਰਮਹੰਸ ਹੈ ਨਾ, ਉਹਨੂੰ ਗੁਰੂ ਨੇ ਇੰਨੀ ਬੁੱਧੀ ਦੇ ਦਿੱਤੀ ਹੈ, ਉਹ ਮਾੜੇ ਕੰਮਾਂ ਨੂੰ ਤੇ ਚੰਗੇ ਕੰਮਾਂ ਨੂੰ ਵੱਖਰਾ ਕਰ ਦਿੰਦਾ, ਉਹ ਮਾੜੇ ਕੰਮਾਂ ਨੂੰ ਛੱਡ ਦਿੰਦਾ ਹੈ ਤੇ ਚੰਗੇ ਕੰਮਾਂ ਨੂੰ ਚੁਣ ਲੈਂਦਾ।
ਤੇ ਪੁੱਛਿਆ ਵੀ ਇਹ ਵੀ ਬਰਾਬਰ ਹੀ ਹੋ ਗਿਆ। ਉਹ ਦੁੱਧ ਤੇ ਪਾਣੀ ਵੱਖਰਾ ਕਰਦਾ ਹੈ, ਉਹ ਚੰਗੇ ਮਾੜੇ ਕੰਮਾਂ ਨੂੰ ਵੱਖਰਾ ਕਰ ਦਿੰਦਾ ਹੈ। ਤੇ ਤੀਸਰਾ ਬਚਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਸਜਣਾ ਹੰਸ ਜਿਹੜਾ ਹੈ ਉਹ ਕਿਤੇ ਡੱਡੀਆਂ ਮੱਛੀਆਂ ਨਹੀਂ ਉਹ ਖਾਂਦਾ, ਉਹ ਮਾਨ ਸਰੋਵਰ ਤੇ ਜਾ ਕੇ ਤੇ ਮੋਤੀ ਚੁਗਦਾ ਹੈ। ਤੇ ਪੁੱਛਿਆ ਜੀ ਪਰਮਹੰਸ? ਕਹਿਣ ਲੱਗੇ ਪਰਮਹੰਸ ਵੀ ਦੁਨੀਆ ਦੇ ਪਦਾਰਥ ਜਿਹੜੇ ਨੇ ਉਹਨਾਂ ਨੂੰ ਛੱਡ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਤੇ ਨਾਮ ਦੇ ਮੋਤੀ ਚੁਗਦਾ। ਤੇ ਉਹ ਸੱਜਣ ਕਹਿਣ ਲੱਗਾ ਮਹਾਰਾਜ ਜੀ ਬਰਾਬਰ ਹੀ ਕੰਮ ਹੋ ਗਿਆ, ਇੱਕ ਕੰਮ ਹੰਸ ਕਰਦਾ ਹੈ, ਇੱਕ ਕੰਮ ਪਰਮਹੰਸ ਕਰਦਾ ਹੈ। ਮਹਾਰਾਜ ਜੀ ਕਹਿਣ ਲੱਗੇ ਇੱਕ ਕੰਮ ਹੈ ਜਿਹੜਾ ਹੰਸ ਨਹੀਂ ਕਰ ਸਕਦਾ, ਉਹ ਪਰਮਹੰਸ ਕਰ ਸਕਦਾ। ਪੁੱਛਿਆ ਜੀ ਉਹ ਕਿਹੜਾ? ਕਹਿਣ ਲੱਗੇ ਹੰਸ ਕੱਲਾ ਆਪ ਕਰਕੇ ਪਾਰ ਹੁੰਦਾ ਹੈ, ਹੰਸ ਕੱਲਾ ਦੁੱਧ ਨੂੰ ਤੇ ਪਾਣੀ ਨੂੰ ਵੱਖਰਾ ਕਰਕੇ ਕਰ ਸਕਦਾ ਹੈ, ਉਹ ਮੋਤੀਆਂ ਦਾ ਆਹਾਰ ਕਰਦਾ ਹੈ। ਪਰ ਸਜਣਾ ਉਹ ਦੁਨੀਆ ਦਾ ਹੰਸ ਕਿਸੇ ਬਗਲੇ ਨੂੰ, ਕਿਸੇ ਕਾਂ ਨੂੰ ਆਪਣੇ ਵਰਗਾ ਹੰਸ ਨਹੀਂ ਉਹ ਬਣਾ ਸਕਦਾ। ਪਰ ਜਿਹੜਾ ਪਰਮਹੰਸ ਹੈ ਉਹ ਸਜਣਾ ਇੱਕ ਬਗਲੇ ਬਿਰਤੀ ਵਾਲੇ ਇਨਸਾਨ ਨੂੰ, ਇੱਕ ਕਾਂ ਬਿਰਤੀ ਵਾਲੇ ਇਨਸਾਨ ਨੂੰ ਉਹਦੇ ਜੀਵਨ ਨੂੰ ਬਦਲ ਕੇ ਤੇ ਉਹਨੂੰ ਵੀ ਪਰਮਹੰਸ ਆਪਣੇ ਵਰਗਾ ਗੁਰਮੁਖ ਬਣਾ ਸਕਦਾ। ਜਦੋਂ ਇਹ ਮਹਾਰਾਜ ਜੀ ਨੇ ਬਚਨ ਕਹਿਣਾ, ਵੇਖੋ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਬਚਨ ਕਹਿੰਦੇ ਨੇ, ਸੰਤ ਸਹਾਈ ਪ੍ਰੇਮ ਕੇ ਕੁਰ ਮਿਲ ਜੀ ਜੁੜੀ ਹੋਈ ਰੂਹ, ਮਿਲ ਜੇ ਬੰਦਗੀ ਵਾਲਾ ਟੁੱਟੇ ਹੋਇਆਂ ਨੂੰ ਜੋੜ ਦਿੰਦਾ ਜੇ ਵਾਹਿਗੁਰੂ ਦੇ ਚਰਨਾਂ ਦੇ ਨਾਲ। ਜਦੋਂ ਇਹ ਬਚਨ ਕਹੇ ਨਾ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਖਾਂ ਹੋਰ ਕੋਈ ਸਵਾਲ ਹੈ ਹੀ ਮਨ ਦਾ? ਕਹਿਣ ਲੱਗਾ ਨਹੀਂ ਮਹਾਰਾਜ ਜੀ ਪਤਾ ਲੱਗ ਗਿਆ। ਤੇ ਪੁੱਛਿਆ ਸੀ ਮਹਾਰਾਜ ਜੀ ਨੇ, ਕਹਿਣ ਲੱਗੇ ਤੇਰਾ ਨਾਂ ਕੀ ਹੈ ਤੇ ਕਿੱਥੋਂ ਆਇਆ? ਤੇ ਹੱਸ ਕੇ ਕਹਿਣ ਲੱਗਾ ਮਹਾਰਾਜ ਜੀ ਪਾਰੋਂ ਆਇਆ ਹੈ ਤੇ ਪਾਰੋ ਮੇਰਾ ਨਾਂ। ਹੁਣ ਵੇਖੋ ਇੱਕੋ ਜਿਹੇ ਸਪੈਲਿੰਗ ਨੇ, ਇੱਕੋ ਜਿਹੇ ਅੱਖਰ ਨੇ, ਬਸ ਇੱਕ ਬਿੰਦੀ ਲਾਉਣ ਦੇ ਨਾਲ ਅਰਥ ਬਦਲ ਗਿਆ। ਪੁੱਛਿਆ ਜੀ ਪਾਰੋਂ ਆਇਆ, ਕਿੱਥੋਂ ਆਇਆ? ਕਹਿਣ ਲੱਗੇ ਬਿਆਸਾ ਦਰਿਆ ਦੇ ਪਾਰ ਰਹਿਣਾ, ਡੱਲੇ ਪਿੰਡ ਰਹਿਣਾ, ਪਾਰੋਂ ਆਇਆ ਹੈ ਤੇ ਪਾਰੋ ਮੇਰਾ ਨਾਂ ਹੈ। ਮੇਰੇ ਸਤਿਗੁਰਾਂ ਨੇ ਪਤਾ ਨਹੀਂ ਕਿੰਨੇ ਕੁ ਪ੍ਰਸੰਨ ਹੋਏ। ਕਹਿਣ ਲੱਗੇ ਪਾਰੋ ਗੋਇੰਦਵਾਲ ਵਾਲੇ ਸਾਹਿਬ ਨੂੰ ਮਿਲਦਾ ਰਹੀ, ਇੱਕ ਦਿਨ ਪਰਮਹੰਸ ਬਣ ਜਾਏਗਾ। ਮੇਰੇ ਸਤਿਗੁਰਾਂ ਨੇ ਬਚਨ ਕਹਿ, ਗੁਰਮੁਖੋ ਸਮਾਂ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਗੋਇੰਦਵਾਲ ਸਾਹਿਬ ਜਾ ਡੇਰੇ ਲਾਏ ਨੇ। ਜਿਸ ਵੇਲੇ ਭਾਈ ਪਾਰੋ ਪਰਮਹੰਸ ਨੂੰ ਪਤਾ ਲੱਗਾ, ਭਾਈ ਪਾਰੋ ਜੁਲਕਾ ਦਾ ਨਾਮ ਸੀ, ਪਾਰੋਂ ਕਰਕੇ ਦਾ ਨਾਮ ਮਸ਼ਹੂਰ ਸੀ, ਇਹਨੂੰ ਪਤਾ ਲੱਗਾ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਗੁਰੂ ਅਮਰਦਾਸ ਮਹਾਰਾਜ ਜੀ ਰਹਿਮਤਾਂ ਵਰਤਾ ਰਹੇ। ਇਹਦਾ ਨੇਮ ਪਤਾ ਕੀ ਸੀ ਸਿੱਖ ਦਾ? ਇਹਨੇ ਰੋਜ਼ ਅੰਮ੍ਰਿਤ ਵੇਲੇ ਉੱਠਣਾ, ਆਪਣੀ ਘੋੜੀ ਤੇ ਸਵਾਰ ਹੋਣਾ ਤੇ ਬਿਆਸਾ ਦਰਿਆ ਪਾਰ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ ਕਰਕੇ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਤੇ ਫਿਰ ਵਾਪਸ ਆਉਣਾ, ਆਣ ਕੇ ਆਪਣੇ ਕੰਮ ਕਾਜ ਵਿੱਚ ਲੱਗਾ ਰਹਿੰਦਾ ਸੀ। ਅੱਜ ਇਹਨਾਂ ਦਰਿਆ ਦਾ ਪਾਣੀ ਠਾਠਾ ਮਾਰ ਰਿਹਾ ਸੀ, ਪਰ ਇਹ ਕਹਿਣ ਲੱਗਾ ਮੇਰਾ ਨੇਮ ਹੈ, ਗੁਰੂ ਦੇ ਦਰਸ਼ਨ ਕਰਨ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਇਹਨੇ ਵੇਖਿਆ ਆਇਆ ਬਿਆਸਾ ਦਰਿਆ ਦੇ ਕਿਨਾਰੇ ਤੇ ਗੁਰੂ ਗੁਰੂ ਜਪਦੇ ਆਪਣੀ ਘੋੜੀ ਨੂੰ ਦਰਿਆ ਵਿੱਚ ਠੇਲ ਦਿੱਤਾ ਹੈ। ਬੜੀ ਛੇਤੀ ਦੇ ਨਾਲ ਦਰਿਆ ਪਾਰ ਕਰਕੇ ਗੁਰੂ ਦੇ ਦਰਸ਼ਨ ਕਰਕੇ ਵਾਪਸ ਆਇਆ ਤੇ ਉੱਥੇ ਇੱਕ ਸੂਬੇਦਾਰ ਖੜਾ ਸੀ ਜਲੰਧਰ ਦਾ, ਉਹ ਵੀ ਉਡੀਕ ਕਰ ਰਿਹਾ ਸੀ ਪਾਣੀ ਘਟੇ ਤੇ ਮੈਂ ਕਿਤੇ ਜਾ ਕੇ ਆਪਣੇ ਅਗਲੀ ਮੁਹਿੰਮ ਤੇ ਪਹੁੰਚ ਜਾਵਾਂ, ਸੈਨਾ ਉਹਦੇ ਨਾਲ। ਉਹ ਵੇਖ ਕੇ ਹੈਰਾਨ ਹੋ ਗਿਆ, ਕਹਿਣ ਲੱਗੇ ਸਿੱਖਾ ਤੂੰ ਹੁਣੇ ਗਿਆ ਹੈ, ਦਰਿਆ ਪਾਰ ਕਰਕੇ ਆਪਣੇ ਗੁਰੂ ਨੂੰ ਮਿਲ ਕੇ ਤੇ ਵਾਪਸ ਵੀ ਆ ਗਿਆ, ਤੈਨੂੰ ਡਰ ਨਹੀਂ ਲੱਗਾ ਇੰਨਾ ਪਾਣੀ ਚੜਿਆ? ਤੇ ਇਸ ਸਿੱਖ ਨੇ ਇਹ ਬਚਨ ਕਹੇ ਸੀ, ਕਹਿਣ ਲੱਗੇ ਸੂਬੇਦਾਰ ਉਹ ਮੇਰਾ ਗੁਰੂ ਸਮਰੱਥ ਹੈ, ਜਿਹੜਾ ਸਾਡੇ ਵਰਗਿਆਂ ਨੂੰ ਭਵਜਲ ਸੰਸਾਰ ਤੋਂ ਪਾਰ ਕਰ ਸਕਦਾ, ਦੁਨੀਆ ਦਾ ਦਰਿਆ ਕੀ ਉਹਦੇ ਸਾਹਮਣੇ ਪਾਰ ਨਹੀਂ ਕਰ ਸਕਦਾ। ਇਹਨਾਂ ਉਸ ਭਾਈ ਪਾਰੋ ਜੁਲਕਾ ਦੀ ਰਸਨਾ ਤੋਂ ਨਿਕਲੇ ਹੋਏ ਬਚਨਾਂ ਦਾ ਅਸਰ ਹੋਇਆ। ਕਹਿਣ ਲੱਗੇ ਤੇਰੇ ਗੁਰੂ ਵਿੱਚ ਇੰਨੀ ਤਾਕਤ ਹੈ? ਕਹਿਣ ਲੱਗੇ ਬਿਲਕੁਲ। ਆਪਣੇ ਪੁੱਤਰ ਨੂੰ ਉਹ ਸੱਜਣ ਕਹਿਣ ਲੱਗਾ, ਸੂਬੇਦਾਰ ਕਹਿਣ ਲੱਗੇ ਬੇਟਾ ਤੂੰ ਆ ਫੌਜ ਦੀ ਕਮਾਨ ਸੰਭਾਲ, ਤੇ ਜਿਹੜਾ ਗੁਰੂ ਇਹਨੂੰ ਦਰਿਆ ਪਾਰ ਕਰਾਉਂਦਾ ਪਿਆ ਮੈਂ ਇੱਕ ਵਾਰੀ ਦਰਸ਼ਨ ਕਰਾਵਾਂ। ਉਸੇ ਵੇਲੇ ਇਸ ਪਰਮਹੰਸ ਨੂੰ ਕਹਿਣ ਲੱਗੇ ਸਿੱਖਾ ਫਿਰ ਚੱਲ ਉਸ ਗੁਰੂ ਕੋਲ ਮੈਨੂੰ ਵੀ ਲੈ ਕੇ ਜਾ। ਘੋੜੀ ਤੇ ਦੋਨੇ ਜਾਣੇ ਸਵਾਰ ਹੋਏ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਪਹੁੰਚੇ ਤੇ ਮਹਾਰਾਜ ਜੀ ਨੇ ਪੁੱਛਿਆ ਸੀ, ਕਹਿਣ ਲੱਗੇ ਭਾਈ ਪਾਰੋ ਜੁਲਕਾ ਅੱਜ 2 ਵਾਰੀ ਆ ਗਿਆ? ਕਹਿਣ ਲੱਗਾ ਮਹਾਰਾਜ ਜੀ ਮੈਂ ਤੇ ਦਰਸ਼ਨ ਕਰ ਲਏ ਨੇ, ਅੱਜ ਇਹ ਸੱਜਣ ਨੂੰ ਦਰਸ਼ਨ ਕਰਵਾਉਣ ਵਾਸਤੇ ਲੈ ਕੇ ਆਇਆ। ਉਹ ਜਿਸ ਵੇਲੇ ਉਸ ਸੱਜਣ ਨੇ ਗੁਰੂ ਦੇ ਦਰਸ਼ਨ ਕੀਤੇ, ਇੰਨਾ ਪ੍ਰਭਾਵਿਤ ਹੋਇਆ, ਸਦਾ ਵਾਸਤੇ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਤੇ ਆਪ ਸੰਗਤਾਂ ਨੂੰ ਗਿਆਤ ਹੋਵੇ ਉਸ ਸੂਬੇਦਾਰ ਦਾ ਨਾਮ ਸੀ ਅੱਲਾ ਯਾਰ। ਇੱਕ ਹੋਇਆ ਅੱਲਾ ਯਾਰ ਖਾਂ ਜੋਗੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਉਹਨੇ ਵਡਿਆਈ ਕੀਤੀ, ਪਰ ਇਹ ਸੂਬੇਦਾਰ ਦਾ ਨਾਮ ਸੀ ਅੱਲਾ ਯਾਰ। ਜਦੋਂ ਇਹ ਗੁਰੂ ਦੇ ਚਰਨਾਂ ਨਾਲ ਜੁੜਿਆ
ਤੇ ਮਹਾਰਾਜ ਦੀ ਸਿੱਖੀ ਨੂੰ ਇੰਨਾ ਕੁ ਕਮਾਇਆ। ਜਦੋਂ 22 ਮੰਜੀਆਂ ਥਾਪੀਆਂ ਸੀ ਨਾ ਗੁਰੂ ਅਮਰਦਾਸ ਮਹਾਰਾਜ ਨੇ, ਇੱਕ ਮੰਜੀ ਇਸ ਅੱਲਾ ਯਾਰ ਨੂੰ ਬਖਸ਼ਿਸ਼ ਕੀਤੀ, ਗੁਰਸਿੱਖੀ ਦਾ ਪ੍ਰਚਾਰਕ ਬਣਾ ਦਿੱਤਾ ਸੀ। ਤੇ ਭਾਈ ਪਾਰੋ ਜੁਲਕਾ ਦੀ ਇਸ ਵੱਡੀ ਕਰਨੀ ਨੂੰ ਵੇਖ ਕੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ ਸੀ। ਕਹਿਣ ਲੱਗੇ, ਸਿੱਖਾ ਆਪ ਤੇ ਗੁਰੂ ਨਾਲ ਜੁੜਿਆ ਸਾਂ, ਅੱਜ ਇੱਕ ਵਕਾਰੀ ਦੁਨੀਆ ਦੇ ਸੂਬੇਦਾਰ ਨੂੰ ਗੁਰੂ ਨਾਲ ਜੋੜ ਦਿੱਤਾ ਹੀ। ਕਹਿਣ ਲੱਗੇ, ਚਿੱਤ ਕਰਦਾ ਤੇਰੀ ਇਸ ਕਰਨੀ ਨੂੰ ਵੇਖ ਕੇ ਮੈਂ ਇੰਨਾ ਖੁਸ਼ ਹੋਇਆ, ਅੱਜ ਤੈਨੂੰ ਗੁਰੂ ਨਾਨਕ ਦੀ ਗੱਦੀ ਕਿਉਂ ਨਾ ਦੇ ਦਿਆਂ। ਹੱਥ ਜੋੜ ਕੇ ਜੁੜੀ ਹੋਈ ਰੂਹ ਭਾਈ ਪਾਰੋ ਜੁਲਕਾ ਕਹਿਣ ਲੱਗੇ, ਨਾ ਮਹਾਰਾਜ, ਮੈਨੂੰ ਗੁਰੂ ਦੀ ਗੱਦੀ ਨਹੀਂ ਚਾਹੀਦੀ, ਮੈਨੂੰ ਗੁਰੂ ਦੀ ਗੋਦੀ ਚਾਹੀਦੀ। ਜੇ ਕਿਰਪਾ ਦੇ ਘਰ ਦੇ ਵਿੱਚ ਆਏ ਜੇ, ਆਪਣੇ ਚਰਨਾਂ ਨਾਲ ਜੋੜੀ ਰੱਖੋ, ਆਪਣੇ ਪਿਆਰ ਦੇ ਵਿੱਚ ਭਜਾਈ ਰੱਖੋ, ਤਾਂ ਕਿ ਮੈਂ ਟੁੱਟੇ ਹੋਇਆਂ ਨੂੰ ਸਦਾ ਵਾਸਤੇ ਤੁਹਾਡੇ ਚਰਨਾਂ ਨਾਲ ਜੋੜਦਾ ਰਵਾਂ। ਗੁਰਮੁਖੋ, ਮੈਂ ਇਹ ਬੇਨਤੀ ਇਸ ਕਰਕੇ ਕੀਤੀ ਏ, ਜਿਹੜੇ ਆਪ ਜੁੜੇ ਨੇ ਉਹ ਗੁਰੂ ਨਾਲ ਜੋੜ ਸਕਦੇ ਨੇ, ਜਿਹੜੇ ਆਪ ਜੁੜੇ ਨੇ ਉਹਨਾਂ ਦੀ ਸੰਗਤ ਕਰਨ ਵਾਲਾ ਰੱਬ ਨਾਲ ਜੁੜ ਜਾਂਦਾ ਹੈ। ਉਹੀ ਬਚਨ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਏ ਨੇ, ਸੰਤ ਸਹਾਈ ਪ੍ਰੇਮ ਕਹਿ ਹਉ ਤਿਨ ਕੇ ਲਾਗਾ ਪਾਏ ਸਜਣਾ। ਜੇ ਜੁੜਨਾ ਹੀ ਗੁਰੂ ਨਾਲ, ਵਾਹਿਗੁਰੂ ਨਾਲ, ਤੇ ਜੁੜਿਆ ਹੋਇਆਂ ਦੀ ਸੰਗਤ ਕਰ, ਬਿਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾ ਹੀ ਜਾਏ। ਜਿੰਨੀ ਦੇਰ ਤੱਕ ਪ੍ਰਭੂ ਨਾਲ ਜੁੜੇਗਾ ਨਹੀਂ, ਜ਼ਿੰਦਗੀ ਵਿੱਚ ਸੁਖ ਨਹੀਂ ਆਏਗਾ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਾਏ ਅਗਾਏ। ਜਿਹੜੇ ਰੱਬ ਨਾਲ ਜੁੜ ਕੇ ਪ੍ਰੇਮ ਵਿੱਚ ਜੁੜ ਗਏ, ਉਹ ਰੱਜ ਗਏ। ਆਪ ਤਿਆਗ ਬੇਨਤੀ ਕਰੇ ਲਿਹੋ, ਪ੍ਰਭੂ ਲੜ ਲਾਏ ਬੇਨਤੀ ਕਰਿਆ ਕਰ, ਹੇ ਰੱਬ ਜੀ ਮੈਨੂੰ ਵੀ ਆਪਣੇ ਚਰਨਾਂ ਨਾਲ ਜੋੜ ਦਿਓ। ਜੋ ਹਰ ਕੰਤ ਮਲਾਈਆਂ ਵਿਛੜ ਕਦੇ ਨਾ ਜਾਏ। ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜ ਲੈਂਦਾ, ਫਿਰ ਉਹ ਵਿਛੜਦੇ ਨਹੀਂ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ, ਹਰ ਸਰਣਾਏ। ਮਹਾਰਾਜ ਕਹਿਣ ਲੱਗੇ, ਸਜਣਾ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਹੋ। ਜਿਹੜਾ ਤੇਰੀ ਸਹਾਇਤਾ ਕਰਨ ਵਾਲਾ ਹੋਵੇ, ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ। ਹਰ ਰਾਏ ਅਸੂ ਦੇ ਮਹੀਨੇ ਵਿੱਚ ਉਹ ਸੁਖੀ ਵਸਦੀਆਂ ਨੇ ਜਿਹੜੀਆਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੀਆਂ। ਸਤਿਗੁਰੂ ਕਿਰਪਾ ਕਰਨ। ਸਮਾਂ ਸਮਾਪਤ। ਆਪ ਸੰਗਤਾਂ ਤੇ ਸਤਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਇਸ ਅਸਥਾਨ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਤੁਸੀਂ ਆਉਂਦੇ, ਗੁਰੂ ਦੇ ਚਰਨਾਂ ਨਾਲ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।